to drive new relations। देखो बेटे ਇਹਦੇ ਵਿੱਚ ਆਪਣੇ ਕੋਲ ਕੀ ਹੈ, ਕੁਝ ਫਿਜ਼ੀਕਲ ਕੁਆਂਟੀਟੀਜ਼ ਜਿਵੇਂ ਮਾਸ, ਲੈਂਥ ਤੇ ਟਾਈਮ ਹੈ, ਇਹਨਾਂ ਦੇ ਵਿਚਕਾਰ ਕੋਈ ਨਾ ਕੋਈ ਜਾਂ ਆਪਣੇ ਕੋਲ ਕੀ ਹੋ ਸਕਦੀਆਂ, ਡਰਾਈਵਡ ਫਿਜ਼ੀਕਲ ਕੁਆਂਟੀਟੀਜ਼ ਹੋ ਸਕਦੀਆਂ, ਜਿਵੇਂ ਵੈਲੋਸਿਟੀ ਹੈ, ਐਕਸਲਰੇਸ਼ਨ ਹੈ, ਪ੍ਰੈਸ਼ਰ ਹੈ, ਕੋਈ ਵੀ ਫਿਜ਼ੀਕਲ ਕੁਆਂਟੀਟੀ ਹੈ, ਉਹਨਾਂ ਦੇ ਵਿਚਕਾਰ ਕੀ ਦਿੱਤਾ ਹੋਊਗਾ, ਕੋਈ ਨਾ ਕੋਈ ਰਿਲੇਸ਼ਨ ਦਿੱਤਾ ਹੋਊਗਾ। ਕਲੀਅਰ ਹੋਇਆ ਬੇਟੇ? ਉਸ ਰਿਲੇਸ਼ਨ ਨੂੰ ਅਸੀਂ ਯੂਜ਼ ਕਰਕੇ ਨਿਊ ਰਿਲੇਸ਼ਨ ਹੈ ਜਿਹੜਾ ਅਸੀਂ ਡਰਾਈਵ ਕਰਨਾ ਹੁੰਦਾ। ਇਹਦੀ ਲਿਮਿਟੇਸ਼ਨ ਹੈਗੀ ਹੈ ਵੀ ਇਹਦੇ ਵਿੱਚ ਜਿਹੜੀਆਂ ਸਾਡੇ ਕੋਲੇ ਤਿੰਨ ਕੰਡੀਸ਼ਨਸ ਦਿੱਤੀਆਂ ਹੋਣਗੀਆਂ, ਕਿਉਂਕਿ ਸਾਡੇ ਕੋਲ ਵੈਲਿਊਜ਼ ਹੁੰਦੀਆਂ A, B ਤੇ C ਦੀਆਂ। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਸੋ ਇਹਦੇ ਵਿੱਚ ਕੀ ਹੈ, ਅਸੀਂ ਜੇ ਸਟੈਪਸ ਦੇ ਅਕੋਰਡਿੰਗਲੀ ਸਮਝੀਏ ਤਾਂ ਫਸਟ ਸਟੈਪ ਆਪਣੇ ਕੋਲ ਕੀ ਹੈ, ਜਰਨਲ ਰਿਲੇਸ਼ਨ। ਕੀ ਆਪਾਂ ਡਰਾਈਵ ਕਰਨਾ ਹੈ? ਜਰਨਲ ਫਾਰਮੂਲਾ। ਫਸਟ ਆਪਾਂ ਕੀ ਡਰਾਈਵ ਕਰਾਂਗੇ ਬੇਟੇ? ਜਰਨਲ ਫਾਰਮੂਲਾ। ਜਨਰਲ ਫਾਰਮੂਲੇ ਦੇ ਵਿੱਚ ਕੀ ਹੈ, ਜਿਹੜੀ ਵੀ ਫਿਜ਼ੀਕਲ ਕੁਆਂਟੀਟੀ ਆਪਣੇ ਕੋਲ ਦਿੱਤੀ ਹੋਈ ਹੈ, ਠੀਕ ਹੈ ਜੀ, ਉਹਨੂੰ ਅਸੀਂ ਜਿਹੜੀਆਂ ਵੀ ਟਰਮ ਦੇ ਉੱਪਰ ਉਹ ਡਿਪੈਂਡ ਕਰਦੀ ਹੈ, ਜਿਵੇਂ ਮੰਨ ਲਓ ਪ੍ਰੈਸ਼ਰ ਤੇ ਡਿਪੈਂਡ ਕਰਦੀ ਹੈ, ਮਾਸ ਤੇ ਡਿਪੈਂਡ ਕਰਦੀ ਹੈ, ਲੈਂਥ ਤੇ ਡਿਪੈਂਡ ਕਰਦੀ ਹੈ, ਇਸ ਤਰ੍ਹਾਂ ਨਾਲ ਅਸੀਂ ਲਿਖ ਲਾਂਗੇ। ਹੁਣ ਮੈਂ ਇਹਦਾ ਨੂਮੈਰੀਕਲ ਵੀ ਕਰਾਉਂਗਾ, ਤੁਹਾਨੂੰ ਕਲੀਅਰ ਹੋ ਜਾਏਗਾ। ਫਸਟ ਕੀ ਲਿਖਾਂਗੇ? ਜਨਰਲ ਫਾਰਮੂਲਾ। ਠੀਕ ਹੈ ਜੀ। ਉਸ ਤੋਂ ਬਾਅਦ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਸਾਈਨ ਹਟਾ ਕੇ ਲਾਵਾਂਗੇ ਕਾਂਸਟੈਂਟ ਕੇ ਲਾਇਆ ਕਰਾਂਗੇ। ਇਹਦੀ ਲਿਮਿਟੇਸ਼ਨ ਇਹ ਹੈ ਵੀ ਕਾਂਸਟੈਂਟ ਦੀ ਵੈਲਿਊ ਨਹੀਂ ਦੱਸਦਾ। ਠੀਕ ਹੈ। ਹੁਣ ਜਿਹੜੀਆਂ ਵੈਲਿਊਜ਼ ਆਪਣੇ ਕੋਲ ਦਿੱਤੀਆਂ ਹੋਈਆਂ, ਇਹਨਾਂ ਨੂੰ ਅਸੀਂ ਸੈਕਿੰਡ ਦੇ ਵਿੱਚ ਕੀ ਕਰਾਂਗੇ? ਫੰਡਾਮੈਂਟਲ ਟਰਮਸ ਦੇ ਵਿੱਚ ਕਨਵਰਟ ਕਰਾਂਗੇ। ਕੀ ਕਰਾਂਗੇ? ਕਨਵਰਟ them in terms of ML and T। ਫੰਡਾਮੈਂਟਲ ਟਰਮ ਦੀ ਫਾਰਮ ਦੇ ਵਿੱਚ ਇਹਨਾਂ ਨੂੰ ਕੀ ਕਰਾਂਗੇ? ਕਨਵਰਟ ਕਰਾਂਗੇ। ਠੀਕ ਹੈ ਜੀ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਕਹਿੰਦਾ ਮਤਲਬ ਇੱਥੇ ਆ ਜਿਹੜੀ, ਜਿਵੇਂ ਮੰਨ ਲਓ ਪ੍ਰੈਸ਼ਰ ਦਿੱਤਾ ਹੈ, ਪ੍ਰੈਸ਼ਰ ਕੀ ਹੁੰਦਾ? ਫੋਰਸ ਬਾਈ ਏਰੀਆ। ਠੀਕ ਹੈ ਜੀ। ਜਿਵੇਂ ਹੁਣ ਫੋਰਸ ਦਾ ਕੀ ਹੈ? MLT-2। ਏਰੀਆ ਦਾ ਕੀ? L ਸਕੁਅਰ। ਇਹਦਾ ਮਤਲਬ ਪ੍ਰੈਸ਼ਰ ਨੂੰ ਅਸੀਂ ML ਤੇ T ਚ ਕਨਵਰਟ ਕਰ ਲਿਆ ਨਾ। ਸਾਡਾ ਸੈਕਿੰਡ ਸਟੈਪ ਇਹ ਹੋਏਗਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਸਟੈਪ ਫਸਟ, ਰਾਈਟ ਦੀ ਜਨਰਲ ਫਾਰਮੂਲਾ। ਸਟੈਪ ਸੈਕਿੰਡ, ਕਨਵਰਟ them in terms of mass, length and time। ਫੰਡਾਮੈਂਟਲ ਟਰਮਸ ਜਾਂ ਕਹਿ ਦੋ। ਠੀਕ ਹੈ ਜੀ। ਸਟੈਪ ਥਰਡ ਕੀ ਹੋਊਗਾ? ਕੈਲਕੂਲੇਟ ਵੈਲਿਊਜ਼ ਆਫ A, B and C। A, B and C ਉਹ ਅਸੀਂ ਕਿਵੇਂ ਕਰਦੇ ਹੁੰਨੇ ਆ? ਜਿਹੜਾ ਟੇਬਲ ਯਾਦ ਕਰਨ ਨੂੰ ਦਿੱਤਾ ਸੀ, ਉਸ ਟੇਬਲ ਦੇ ਵਿੱਚੋਂ ਜਿਹੜੀ ਵੀ ਫਿਜ਼ੀਕਲ ਕੁਆਂਟੀਟੀ ਹੈ, ਜਿਵੇਂ G ਜਿਹੜੀ ਵੀ ਫਿਜ਼ੀਕਲ ਕੁਆਂਟੀਟੀ ਹੈ, ਤਾਂ ਇਹਦਾ ਰਿਲੇਸ਼ਨ ਅਸੀਂ ਪੁੱਟ ਕਰ ਦਿੰਨੇ ਆ ML ਤੇ T ਦੀ ਫਾਰਮ 'ਚ। ਫਿਰ ਇਕੁਏਸ਼ਨ ਆਫ ਹੋਮੋਜੈਨਿਟੀ ਦੇ ਅਕੋਰਡਿੰਗਲੀ ਦੋਵੇਂ ਸਾਈਡ ਤੇ ਇਹ ਡਾਈਮੈਂਸ਼ਨ ਕੀ ਹੋਣੇ ਚਾਹੀਦੇ? ਸੇਮ। ਉੱਤੇ ਕੰਪੇਅਰ ਕਰਕੇ A, B ਤੇ C ਦੀ ਵੈਲਿਊ ਕੈਲਕੂਲੇਟ ਕਰਦੇ ਆ। ਠੀਕ ਹੈ। ਨੈਕਸਟ ਸਟੈਪ ਕੀ ਹੋਊਗਾ? ਜਦੋਂ A, B, C ਦੀ ਵੈਲਿਊ ਕੈਲਕੂਲੇਟ ਹੋ ਗਈ, ਵੀ ਵਿਲ ਪੁੱਟ ਦੀ ਵੈਲਿਊ ਆਫ A, B and C ਇਨ ਦੀ ਜਨਰਲ ਫਾਰਮੂਲਾ। ਠੀਕ ਹੈ ਜੀ। ਇਹ ਮੈਥਡ ਹੈ। ਮੈਥਡ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ ਸਾਰਿਆਂ ਨੂੰ? ਫਰਸਟਲੀ we will write the general formula depending upon the conditions given। ਜਿਹੜੀਆਂ ਕੰਡੀਸ਼ਨ ਦਿੱਤੀਆਂ ਹੋਣਗੀਆਂ। ਨੈਕਸਟ ਸਟੈਪ, we will convert the derived units in terms of fundamental units ML ਤੇ T, ਜਾਂ ਕੋਈ ਵੀ ਫੰਡਾਮੈਂਟਲ ਯੂਨਿਟ ਆਉਣ ਦੀ ਫਾਰਮ ਚ ਉਹਨੂੰ ਕੀ ਕਰ ਦਿਆਂਗੇ? ਕਨਵਰਟ ਕਰ ਦਿਆਂਗੇ। ਥਰਡ ਸਟੈਪ ਕੀ ਸੀਗਾ? we will calculate the value of A, B and C by using the principle of homogeneity। ਠੀਕ ਹੈ ਜੀ। ਲਾਸਟ ਸਟੈਪ ਕੀ ਸੀਗਾ? we will put the values of A, B and C into the general formula। into the general formula। ਕਲੀਅਰ ਹੋਇਆ ਕਿ ਨਹੀਂ ਹੋਇਆ? ਲਓ ਬੇਟੇ, ਹੁਣ ਆਪਾਂ ਇਹਦੇ ਤੇ ਇਸੇ ਚੀਜ਼ ਨੂੰ ਸੋਲਵ ਕਰਨ ਦੇ ਲਈ ਇੱਕ ਨੂਮੈਰੀਕਲ ਲੈਣੇ ਆ। ਨੂਮੈਰੀਕਲ ਚ ਕੀ ਕਹਿੰਦਾ ਹੈ? ਕੰਸੀਡਰ ਅ ਸਿੰਪਲ ਪੈਂਡੂਲਮ।
ਕੰਸੀਡਰ ਰਾਈਟ ਕਰ ਲਿਓ। ਪੈਂਡੂਲਮ ਪਤਾ ਬੇਟੇ ਕੀ ਹੁੰਦਾ ਹੈ? ਵਾਟ ਇਜ਼ ਪੈਂਡੂਲਮ? ਧਾਗੇ ਦੇ ਨਾਲ ਬੰਨ ਕੇ ਇੱਕ ਬਾਲ ਲਟਕਾਈ ਹੁੰਦੀ ਹੈ ਤੇ ਉਹਨੂੰ ਆਪਾਂ ਆਸੇ-ਪਾਸੇ ਮੂਵ ਕਰਦੇ ਹਾਂ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਪੈਂਡੂਲਮ। ਜਿਵੇਂ ਕਲੌਕ ਲੱਗੇ ਹੁੰਦੇ ਘਰ ਦੇ ਵਿੱਚ, ਕਲੌਕ ਦੇ ਸੈਂਟਰ ਦੇ ਵਿੱਚ ਵੀ ਆਪਣੇ ਕੋਲ ਕੀ ਲੱਗਿਆ ਹੁੰਦਾ? ਪੈਂਡੂਲਮ, ਜਿਹੜਾ ਇੱਧਰ ਉੱਧਰ ਮੂਵ ਕਰਦਾ। ਪੁਰਾਣੀਆਂ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਨਾ, ਵੱਡਾ ਸਾਰਾ ਕਲੌਕ ਲੱਗਿਆ ਹੁੰਦਾ ਸੀ ਤੇ ਉਹਦੇ ਵਿੱਚ ਇੱਕ ਸੈਂਟਰ ਦੇ ਵਿੱਚ ਕੋਈ ਚੀਜ਼ ਲਟਕਾਈ ਹੁੰਦੀ ਸੀਗੀ ਰਿਬਨ ਨਾਲ, ਤੇ ਉਹ ਆਸੇ-ਪਾਸੇ ਕੀ ਕਰਦੀ ਸੀ? ਮੂਵ। ਉਹ ਵਾਲੀ ਸਿਚੁਏਸ਼ਨ, ਉਹਨੂੰ ਆਪਾਂ ਕੀ ਕਹਿੰਦੇ? ਪੈਂਡੂਲਮ। ਠੀਕ ਹੈ। ਇੱਕ ਆਪਣੇ ਕੋਲ ਪੈਂਡੂਲਮ ਦਿੱਤਾ ਹੋਇਆ ਹੈ। ਦੀ ਟਾਈਮ ਪੀਰੀਅਡ ਆਫ ਆਸੀਲੇਸ਼ਨ, ਜਿਹੜਾ ਇਹਦਾ ਹੈਗਾ ਟਾਈਮ ਪੀਰੀਅਡ, ਟਾਈਮ ਪੀਰੀਅਡ ਦਾ ਮਤਲਬ ਕਿੰਨੇ ਸਮੇਂ ਦੇ ਵਿੱਚ ਉਹ ਇੱਕ ਵਾਈਬ੍ਰੇਸ਼ਨ ਕੰਪਲੀਟ ਕਰਦਾ ਹੈ। ਟਾਈਮ ਪੀਰੀਅਡ ਆਫ ਆਸੀਲੇਸ਼ਨ ਡਿਪੈਂਡਸ ਅਪਨ, ਕਿਹਾ ਸੀ ਨਾ ਕੋਈ ਕੰਡੀਸ਼ਨ ਦਿੱਤੀ ਹੋਊਗੀ, ਉਹ ਕੰਡੀਸ਼ਨ ਦੇ ਰਿਹਾ ਹੈ। ਡਿਪੈਂਡਸ ਅਪਨ ਇਟਸ ਲੈਂਥ, ਉਹਦੀ ਲੈਂਥ ਤੇ ਡਿਪੈਂਡ ਕਰਦਾ ਹੈ। ਸੈਕੰਡ ਕੰਡੀਸ਼ਨ ਕੀ ਦਿੱਤੀ ਹੈ? depends upon acceleration due to gravity, acceleration due to gravity, ਜਿਹੜੀ ਆਪਣੇ ਕੋਲ ਹੁੰਦੀ ਸਮਾਲ ਜੀ। ਠੀਕ ਹੈ ਜੀ। ਡਰਾਈਵ ਦੀ ਨਿਊ ਰਿਲੇਸ਼ਨ, ਡਰਾਈਵ ਦੀ ਰਿਲੇਸ਼ਨ, ਹਾਂਜੀ, ਫॉर time period of oscillation, for time period of oscillation of pendulum। ਕਲੀਅਰ ਹੋਇਆ ਬੇਟੇ ਨਿਊਮੈਰੀਕਲ ਕੀ ਕਹਿੰਦਾ ਹੈ? ਆਪਣੇ ਕੋਲ ਕਹਿੰਦਾ ਹੈ ਵੀ ਇੱਕ ਪੈਂਡੂਲਮ ਹੈ, ਪੈਂਡੂਲਮ ਕੀ ਕਰ ਰਿਹਾ? ਵਾਈਬ੍ਰੇਟ। ਪੈਂਡੂਲਮ ਕੀ ਕਰ ਰਿਹਾ? ਵਾਈਬ੍ਰੇਟ ਕਰ ਰਿਹਾ ਇੱਧਰ। ਹਾਂਜੀ, ਮੰਨ ਲਓ ਇਹ ਪੈਂਡੂਲਮ ਹੈ, ਠੀਕ ਹੈ ਜੀ। ਇਹ ਤੁਹਾਨੂੰ ਲਟਕਾਇਆ ਹੋਇਆ ਇਸ ਤਰ੍ਹਾਂ ਨਾਲ, ਤੇ ਪੈਂਡੂਲਮ ਆਪਣੇ ਕੋਲ ਕੀ ਹੈ ਬੇਟੇ? ਇਸ ਤਰ੍ਹਾਂ ਨਾਲ ਜਾ ਸਕਦਾ, ਇੱਧਰ ਵੀ ਜਾ ਸਕਦਾ, ਇੱਧਰ ਵੀ ਜਾ ਸਕਦਾ। ਜਿਹੜੇ ਪੁਆਇੰਟ ਤੋਂ ਸ਼ੁਰੂ ਹੋਇਆ ਜੇ ਉਸੇ ਪੁਆਇੰਟ ਤੇ ਵਾਪਸ ਆ ਜਾਂਦਾ, ਜਿਵੇਂ ਏ ਤੋਂ ਸ਼ੁਰੂ ਹੋਇਆ ਤੇ ਏ ਤੇ ਵਾਪਸ ਆ ਗਿਆ। ਜਿਹੜੀ ਸੈਂਟਰ ਵਾਲੀ ਇਹਨੂੰ ਕਹਿੰਦੇ ਮੀਨ ਪੋਜੀਸ਼ਨ, ਇਹਨੂੰ ਕੀ ਕਹਿੰਦੇ ਆ? ਮੀਨ ਪੋਜੀਸ਼ਨ। ਤੇ ਜਿਹੜੀ ਏ ਤੇ ਬੀ ਹੈ ਇਹਨੂੰ ਕਹਿੰਦੇ ਐਕਸਟ੍ਰੀਮ ਪੋਜੀਸ਼ਨ। ਕੀ ਕਹਿੰਦੇ ਆ? ਹੁਣ ਪੈਂਡੂਲਮ ਕੀ ਹੈ, ਵੱਧ ਤੋਂ ਵੱਧ ਏ ਤੇ ਜਾਊਗਾ, ਫਿਰ ਸੈਂਟਰ ਚੋਂ ਲੰਘੂਗਾ, ਫਿਰ ਦੁਬਾਰਾ ਏ ਤੇ ਜਦੋਂ ਆ ਗਿਆ ਤਾਂ ਆਪਾਂ ਕਹਾਂਗੇ ਵਨ ਆਸੀਲੇਸ਼ਨ ਹੋ ਗਿਆ। ਕਲੀਅਰ ਹੋਇਆ ਕਿ ਨਹੀਂ ਹੋਇਆ? ਜੇ ਮੰਨ ਲਓ ਬੀ ਤੋਂ ਸਟਾਰਟ ਕੀਤਾ, ਬੀ ਤੋਂ ਏ ਤੇ ਗਿਆ, ਫਿਰ ਦੁਬਾਰਾ ਬੀ ਤੇ ਵਾਪਸ ਆ ਗਿਆ ਤਾਂ ਇੱਕ ਆਸੀਲੇਸ਼ਨ ਹੋ ਗਿਆ। ਉਹ ਆਪਾਂ ਨੂੰ ਕਹਿੰਦਾ ਵੀ ਆਸੀਲੇਸ਼ਨ ਇੱਕ ਕੰਪਲੀਟ ਕਰਨ ਤੇ ਜਿੰਨਾ ਸਮਾਂ ਲੱਗਦਾ ਉਹਨੂੰ ਕਹਿੰਦੇ ਟਾਈਮ ਪੀਰੀਅਡ। ਉਹਨੂੰ ਆਪਾਂ ਕੀ ਕਹਿੰਦੇ ਆ? ਟਾਈਮ ਪੀਰੀਅਡ ਦਾ ਰਿਲੇਸ਼ਨ ਹੈ ਜਿਹੜਾ ਅਸੀਂ ਕੈਲਕੂਲੇਟ ਕਰਨਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਪਹਿਲਾ ਸਟੈਪ ਕੀ ਸੀਗਾ? ਰਾਈਟ ਦੀ ਜਨਰਲ ਫਾਰਮੂਲਾ। ਪਹਿਲਾ ਸਟੈਪ ਕੀ ਸੀ? ਰਾਈਟ ਦੀ ਜਨਰਲ ਫਾਰਮੂਲੇ ਦੇ ਵਿੱਚ ਕੀ ਦਿੱਤਾ ਹੋਇਆ? ਟਾਈਮ ਪੀਰੀਅਡ ਦਿੱਤਾ ਹੋਇਆ ਕੈਪੀਟਲ ਟੀ। ਕਿੰਦੇ ਕਿੰਦੇ ਪ੍ਰੋਪੋਰਸ਼ਨਲ ਹੈ? ਦੇਖੋ, ਲੈਂਥ ਦੇ ਕਿੰਦੇ ਪ੍ਰੋਪੋਰਸ਼ਨਲ ਹੈ? ਲੈਂਥ, ਇਹਦੀ ਪਾਵਰ ਕਰ ਦਿਓ ਏ। ਹੋਰ ਕਿੰਦੇ ਪ੍ਰੋਪੋਰਸ਼ਨਲ ਹੈ ਬੇਟੇ? ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਤਾਂ ਇੱਥੇ ਲਿਖ ਲਓ ਜੀ। ਜੀ ਦੀ ਪਾਵਰ ਕੀ ਕਰ ਦਿਓ? ਬੀ। ਇਹ ਆਪੇ ਲਿਖਣਾ ਪਊਗਾ ਆਪਾਂ ਨੂੰ, ਠੀਕ ਹੈ। ਹੁਣ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਸਾਈਨ ਹਟਾਵਾਂਗੇ ਤਾਂ ਕੀ ਆਊਗਾ? ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ, ਉਹਨੂੰ ਆਪਾਂ ਲਿਖ ਲਿਆ ਕੇ, ਐਲ ਦੀ ਏ ਤੇ ਜੀ ਦੀ ਬੀ। ਇਹ ਪਹਿਲਾ ਸਟੈਪ ਆ ਜਿਹੜਾ ਉਹ ਕੰਪਲੀਟ ਹੋ ਗਿਆ। ਪਹਿਲਾ ਸਟੈਪ ਕੀ ਹੋ ਗਿਆ? ਹਾਂ, ਸੈਕੰਡ ਸਟੈਪ ਕੀ ਸੀ ਬੇਟੇ? ਕਨਵਰਟ them in terms of fundamental physical quantities, m l ਤੇ t
ਜਾਂ ਫੰਡਾਮੈਂਟਲ ਕੁਆਂਟੀਟੀਜ਼ ਦੀ ਫਾਰਮ 'ਚ ਇਹਨਾਂ ਨੂੰ ਕਨਵਰਟ ਕਰੋ। ਕਿਵੇਂ ਕਨਵਰਟ ਕਰਾਂਗੇ? L ਤਾਂ ਲੈਂਥ ਪਹਿਲਾਂ ਹੀ ਫੰਡਾਮੈਂਟਲ 'ਚ ਹੈ। G ਆਪਣੇ ਕੋਲ ਕੀ ਹੈ ਬੇਟੇ? ਐਕਸਲਰੇਸ਼ਨ। G ਆਪਣੇ ਕੋਲ ਕੀ ਹੈ? ਡਿਊ ਟੂ ਗ੍ਰੈਵਿਟੀ। ਕਹਿੰਦਾ ਮਤਲਬ ਧਰਤੀ ਜਿਸ ਬੋਡੀ ਨੂੰ ਆਪਦੇ ਵੱਲ ਖਿੱਚਦੀ ਹੈ ਜਿੰਨੀ ਸਪੀਡ ਦੇ ਉੱਪਰ, ਉਹਨੂੰ ਕਹਿੰਦੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਜਿੰਦੀ ਵੈਲਿਊ ਕਿੰਨੀ ਹੁੰਦੀ ਹੈ? 9.8 ਮੀਟਰ ਪਰ ਸੈਕਿੰਡ ਸਕੁਅਰ। ਆਪਾਂ ਨੂੰ ਪਤਾ ਹੈ। ਹੁਣ G ਕੀ ਹੈ ਬੇਟੇ? ਹੈਗੀ ਤਾਂ ਐਕਸਲਰੇਸ਼ਨ ਹੀ ਹੈ ਨਾ। ਤਾਂ ਐਕਸਲਰੇਸ਼ਨ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੁੰਦਾ ਬੇਟੇ? LT-2। ਟੇਬਲ ਨਹੀਂ ਯਾਦ ਕੀਤਾ ਤੁਸੀਂ? ਟੇਬਲ ਯਾਦ ਨਹੀਂ ਕੀਤਾ ਬੇਟੇ, ਤਾਂ ਹੀ ਤੁਹਾਨੂੰ ਪ੍ਰੋਬਲਮ ਆਈ ਜਾਂਦੀ ਹੈ। ਟੇਬਲ ਯਾਦ ਕਰੋ, ਮੈਂ ਸੈਂਡ ਕੀਤਾ ਸੀ ਕੱਲ ਵੀ, ਜਿਹੜੀ 50 ਟਰਮਸ ਹੈ। ਐਕਸਲਰੇਸ਼ਨ ਦਾ ਫਾਰਮੂਲਾ ਕੀ ਹੈ ਬੇਟੇ? LT-2। ਉਹਨੂੰ ਇੱਥੇ ਪੁੱਟ ਕਰੋ। T is equal to K, L ਤਾਂ ਪਹਿਲਾਂ ਹੀ ml ਚ ਹੈ। G ਦੀ ਥਾਂ ਤੇ ਕੀ ਪੁੱਟ ਕਰ ਦਿਓ ਬੇਟੇ? LT-2 ਦੀ ਪਾਵਰ B। ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਇਹਨੂੰ ਸੋਲਵ ਕਰੋ। K L ਦੀ ਪਾਵਰ A, ਇਹ ਪਾਵਰ ਅੰਦਰ ਮਲਟੀਪਲਾਈ ਹੋ ਜਾਏਗੀ ਪਹਿਲਾਂ ਇਹਦੇ ਨਾਲ। L ਦੀ ਪਾਵਰ ਕੀ ਹੋ ਜਾਏਗੀ? B। ਤੇ T ਦੀ ਪਾਵਰ ਕੀ ਹੋ ਜਾਏਗੀ ਬੇਟੇ? -2B। ਇਹ ਦੱਸੋ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ L ਵਾਲੀਆਂ ਟਰਮਸ ਇਕੱਠੀਆਂ ਕਰ ਦੋ, ਇੱਕ ਬੇਸ ਸੇਮ ਹੈ ਤਾਂ ਪਾਵਰ ਕੀ ਹੋ ਜਾਏਗੀ? ਐਡ। ਤਾਂ ਫਾਰਮੂਲਾ ਕੀ ਬਣ ਗਿਆ? K, M ਹੈ ਨਹੀਂ ਤਾਂ ਲਿਖੋ M0। L ਕੀ ਬਣ ਗਿਆ? A + B। ਤੇ T ਕੀ ਬਣ ਗਿਆ ਬੇਟੇ? -2B। ਲਾਊਡ ਸਪੀਕਰ ਆਫ ਕਰੋ। ਇਹ ਸੈਕੰਡ ਸਟੈਪ ਹੈ ਜਿਹੜਾ ਸਾਡੇ ਕੋਲ ਸੋਲਵ ਹੋ ਗਿਆ। ਸੈਕੰਡ ਸਟੈਪ ਕੀ ਹੋ ਗਿਆ? ਸੋਲਵ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਕੁਏਸ਼ਨ ਆਪਣੇ ਕੋਲ ਕੀ ਆ ਗਈ ਸੀ? T is equal to K, M ਦੀ ਪਾਵਰ 0, L ਦੀ ਪਾਵਰ A + B, ਤੇ T ਦੀ ਪਾਵਰ ਕਿੰਨੀ ਆਈ ਸੀ ਬੇਟੇ? -2B। ਕਲੀਅਰ ਹੈ ਨਾ? ਆ ਪਿਆ L ਦੀ ਪਾਵਰ A + B, T ਦੀ ਪਾਵਰ -M ਦੀ ਪਾਵਰ 0 ਬਰਾਬਰ ਕਹਿੰਦੇ ਆ T। ਠੀਕ ਹੈ। ਥਰਡ ਸਟੈਪ ਦੱਸੋ ਬੇਟੇ ਕੀ ਸੀਗਾ? ਵੈਰੀ ਗੁੱਡ ਬੇਟੇ। ਆਪਾਂ ਕੀ ਕਰਨੀ ਹੈ? ਨਾਓ ਵੀ ਹੈਵ ਟੂ ਕੈਲਕੂਲੇਟ ਦੀ ਵੈਲਿਊ ਆਫ A, B ਐਂਡ C। ਕਿਵੇਂ ਕੈਲਕੂਲੇਟ ਕਰਨੀ ਹੈ? ਬਾਈ ਯੂਜ਼ਿੰਗ ਪ੍ਰਿੰਸੀਪਲ ਆਫ ਹੋਮੋਜੈਨਿਟੀ। ਬਾਈ ਯੂਜ਼ਿੰਗ ਪ੍ਰਿੰਸੀਪਲ ਆਫ, ਵੈਰੀ ਗੁੱਡ ਬੇਟੇ। ਹੋਮੋਜੈਨਿਟੀ ਦੇ ਵਿੱਚ ਕੀ ਕਰਨਾ ਹੁੰਦਾ? ਦੋਵੇਂ ਸਾਈਡ ਤੇ ਡਾਈਮੈਂਸ਼ਨ ਕੀ ਹੋਣੀਆਂ ਚਾਹੀਦੀਆਂ? ਸੇਮ। ਦੋਵੇਂ ਸਾਈਡ ਤੇ ਡਾਈਮੈਂਸ਼ਨ ਕੀ ਹੋਣੀਆਂ ਚਾਹੀਦੀਆਂ? ਸੇਮ। ਇਧਰ T ਕੀ ਹੈ ਬੇਟੇ ਆਪਣੇ ਕੋਲ? ਟਾਈਮ ਪੀਰੀਅਡ। T ਆਪਣੇ ਕੋਲ ਕੀ ਹੈ? ਟਾਈਮ ਪੀਰੀਅਡ। ਇਹਦਾ ਮਤਲਬ ਇਹਦੀਆਂ ਡਾਈਮੈਂਸ਼ਨ ਕੀ ਹੋਣਗੀਆਂ? M 0 ਹੋਊਗਾ, L ਵੀ 0 ਹੋਊਗਾ, ਤੇ T ਦੀ ਵੈਲਿਊ 1 ਹੋਊਗੀ। ਇਹ ਤਾਂ ਸੌਖਾ ਸੌਖਾ ਕਰਵਾਇਆ ਤੁਹਾਨੂੰ, ਜਿੰਦੇ ਵਿੱਚ ਸਿੱਧਾ ਟਾਈਮ ਪੀਰੀਅਡ ਦਿੱਤਾ। ਅਦਰਵਾਈਜ਼ ਇੱਥੇ ਜੇ ਮੰਨ ਲਓ ਪ੍ਰੈਸ਼ਰ ਦਿੱਤਾ ਹੁੰਦਾ ਤਾਂ ਤੁਸੀਂ ਪ੍ਰੈਸ਼ਰ ਦੇ ਜਿਹੜੇ ਡਾਈਮੈਂਸ਼ਨ ਫਾਰਮੂਲਾ ਪੁੱਟ ਕਰਨਾ ਸੀ। ਠੀਕ ਹੈ। ਦੂਸਰੀ ਸਾਈਡ ਤੇ ਇਕੁਏਸ਼ਨ ਕੀ ਹੈ ਆਪਣੇ ਕੋਲੇ? M ਦੀ ਪਾਵਰ 0 ਹੈ, L ਦੀ A + B ਹੈ, ਤੇ T ਦੀ ਪਾਵਰ ਕੀ ਹੈ? -2B ਹੈ। K ਨੂੰ ਇੱਕ ਵਾਰੀ ਮੈਂ ਛੱਡਤਾ ਕਾਂਸਟੈਂਟ ਹੈ। ਠੀਕ ਹੈ। ਪੁੱਟ ਕਰ ਲਾਂਗੇ ਆਪਾਂ ਇਹਨੂੰ ਅੱਗੇ ਜਾ ਕੇ। ਹੁਣ ਪ੍ਰਿੰਸੀਪਲ ਆਫ ਹੋਮੋਜੈਨਿਟੀ ਕੀ ਕਹਿੰਦਾ? ਵੀ ਡਾਈਮੈਂਸ਼ਨ ਦੋਵੇਂ ਸਾਈਡ ਤੇ ਕੀ ਹੋਣੀਆਂ ਚਾਹੀਦੀਆਂ? ਸੇਮ। M ਨੂੰ M ਨਾਲ ਕੰਪੇਅਰ ਕਰੋ, M ਵਾਲਾ ਹੈ ਹੀ ਨਹੀਂ, ਦੋਵੇਂ ਸਾਈਡ ਤੇ 0। ਇਧਰ L ਕਿੰਨਾ ਹੈ? 0। ਇਧਰ L ਕਿੰਨਾ ਹੈ? A + B। ਇਹਦਾ ਮਤਲਬ A + B ਕਹਿੰਦੇ ਬਰਾਬਰ ਆ ਗਿਆ ਬੇਟੇ 0। T ਕਿੰਨਾ ਬੇਟੇ? ਇਧਰ 1, ਇਧਰ T ਕਿੰਨਾ ਹੈ? -2B। ਇਹਦਾ ਮਤਲਬ -2B ਕਹਿੰਦੇ ਬਰਾਬਰ ਆ ਗਿਆ 1 ਦੇ। 1 ਦੇ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇੱਥੋਂ B ਦੀ ਵੈਲਿਊ ਕੈਲਕੂਲੇਟ ਹੋ ਗਈ। B ਦੀ ਵੈਲਿਊ ਕੀ ਆਈ? ਇਹ 2 ਨੂੰ ਚੱਕ ਕੇ ਦੂਸਰੀ ਸਾਈਡ ਤੇ ਲੈ ਜਾਓ। -1/2 ਕਿੰਨੀ ਆਈ? ਆ ਮਾਈਨਸ ਭਾਵੇਂ ਇਧਰਲੀ ਸਾਈਡ ਤੇ ਲਾ ਲਓ, ਭਾਵੇਂ ਇੱਧਰ ਲਾ ਲਓ, ਕੋਈ ਫਰਕ ਨਹੀਂ। ਆਪਾਂ B ਦੀ ਵੈਲਿਊ ਕੈਲਕੂਲੇਟ ਕਰ ਲਈ। ਠੀਕ ਹੋ ਗਿਆ।
ਹੁਣ ਇਹ b ਦੀ ਵੈਲਿਊ ਐਸ ਇਕੁਏਸ਼ਨ ਚ ਪੁੱਟ ਕਰਕੇ a ਕੈਲਕੂਲੇਟ ਕਰ ਲਓ। a + b = 0 ਹੈ ਨਾ, ਤਾਂ b ਦੀ ਵੈਲਿਊ ਕਿੰਨੀ ਹੈ -1/2, ਕਿੰਦੇ ਬਰਾਬਰ ਆ ਗਿਆ 0। ਆ ਪੁਆਇੰਟ ਦੱਸੋ ਕਲੀਅਰ ਹੋਇਆ ਕਿ ਨਹੀਂ ਹੋਇਆ? ਹੋ ਗਿਆ ਨਾ ਬੇਟੇ? a ਕਿੰਨਾ ਆ ਗਿਆ ਬੇਟੇ ਫਿਰ 1/2। ਇਹਨੂੰ ਆਪਾਂ ਉਧਰ ਲੈ ਗਏ ਤੇ ਮਾਈਨਸ ਉਧਰ ਜਾ ਕੇ ਕੀ ਹੋ ਗਿਆ ਬੇਟੇ ਪਲੱਸ। ਇਹਦਾ ਮਤਲਬ b ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ -1/2। a ਦੀ ਵੈਲਿਊ ਕਿੰਨੀ ਆ ਗਈ? ਨੈਕਸਟ ਸਟੈਪ ਕੀ ਸੀ? ਨੈਕਸਟ ਸਟੈਪ ਪੁੱਟ these values in general formula, ਪੁੱਟ these values in the general formula। ਜਨਰਲ ਫਾਰਮੂਲੇ ਚ ਇਹਦੀ ਵੈਲਿਊ ਪੁੱਟ ਕਰੋ। ਪੁੱਟ these values in general formula। ਜਨਰਲ ਫਾਰਮੂਲਾ ਕੀ ਸੀ? t = k। ਠੀਕ ਹੈ ਜੀ। ਕਿਹੜੀਆਂ ਕਿਹੜੀਆਂ ਟਰਮ ਦੇ ਉੱਪਰ ਇਹ ਡਿਪੈਂਡ ਕਰਦਾ ਸੀ? ਦੇਖੋ ਆ ਬਣਾਇਆ ਸੀ ਆਪਾਂ, ਆ ਜਨਰਲ ਫਾਰਮੂਲਾ t = k l ਦੀ ਪਾਵਰ a g ਦੀ ਪਾਵਰ b, l ਦੀ ਪਾਵਰ a g ਦੀ ਪਾਵਰ l ਦੀ ਪਾਵਰ a ਦੀ ਵੈਲਿਊ ਕਿੰਨੀ ਹੈ 1/2, g ਦੀ ਪਾਵਰ b ਦੀ ਵੈਲਿਊ ਕਿੰਨੀ ਹੈ -1/2। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਆ ਮਾਈਨਸ ਵਾਲੀ ਟਰਮ ਨੂੰ ਆਪਾਂ ਥੱਲੇ ਲੈ ਜਾਾਂਗੇ ਤਾਂ ਪੋਜ਼ਿਟਿਵ ਹੋ ਜੂ। ਇਹ ਬਣ ਗਿਆ t = k l ਦੀ ਪਾਵਰ 1/2 ਤੇ ਆ ਨੀਚੇ ਚਲਾ ਗਿਆ g ਦੀ ਪਾਵਰ 1/2। 1/2 ਨੂੰ ਆਪਾਂ ਕੀ ਲਿਖ ਸਕਦੇ ਹੁੰਨੇ ਬੇਟੇ? ਸਕੁਅਰ ਰੂਟ। ਕੀ ਲਿਖ ਸਕਦੇ ਹਾਂ? 10th ਚ ਕੀਤਾ ਹੈ ਨਾ? ਆ ਪੁਆਇੰਟ ਦੱਸੋ ਕਲੀਅਰ ਹੋਇਆ ਕਿ ਨਹੀਂ ਹੋਇਆ? ਜੇ ਉੱਪਰ ਥੱਲੇ ਸਕੁਅਰ ਰੂਟ ਹੋਵੇ ਤਾਂ ਸਾਰੇ ਦਾ ਇਕੱਠਾ ਵੀ ਸਕੁਅਰ ਰੂਟ ਲਿਖਿਆ ਜਾ ਸਕਦਾ। ਸੋ ਫਾਰਮੂਲਾ ਬਣ ਗਿਆ t = k √ ਇਕੱਠਾ ਲਿਖਤਾ l/g, l/g। ਇਹ ਸਾਡਾ ਆਨਸਰ ਆ ਗਿਆ। ਇਸ ਫਾਰਮੂਲੇ ਦੀ ਲਿਮਿਟੇਸ਼ਨ ਕੀ ਹੈ, ਕਮੀ ਕੀ ਹੈ? ਵੀ ਇਹ k ਦੀ ਵੈਲਿਊ ਨਹੀਂ ਦੱਸਦਾ। ਕਿੰਦੀ ਵੈਲਿਊ ਨਹੀਂ ਦੱਸਦਾ? k ਦੀ। ਇਹ ਅਸੀਂ ਕਿਵੇਂ ਕੈਲਕੂਲੇਟ ਕਰਦੇ ਹਾਂ ਫਿਰ? ਐਕਸਪੈਰੀਮੈਂਟਲੀ। ਤੇ ਸਾਨੂੰ ਪਤਾ ਵੀ k ਦੀ ਵੈਲਿਊ ਕੀ ਆਊਗੀ ਇੱਥੇ 2π। ਇਹ ਫਾਰਮੂਲਾ ਅਸੀਂ ਮਤਲਬ ਐਕਸਪੈਰੀਮੈਂਟ ਕਰ ਕਰਕੇ ਉੱਥੋਂ ਕੈਲਕੂਲੇਟ ਕੀਤੀ ਹੈ। ਆ ਤੁਹਾਨੂੰ ਯਾਦ ਹੋਣਾ 10th ਕਲਾਸ ਚ ਤੁਸੀਂ ਕੀਤਾ ਹੋਣਾ ਸਿੰਪਲ ਪੈਂਡੂਲਮ ਦਾ ਫਾਰਮੂਲਾ t = 2π√l/g। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਵੈਸੇ ਆਪਣਾ ਸਵਾਲ ਇੱਥੇ ਖਤਮ ਹੋ ਗਿਆ। ਆਪਾਂ ਥੱਲੇ ਲਿਖ ਦੇਣਾ ਵੀ ਵੈਲਿਊ ਆਫ k is not given by this formula which will be calculated experimentally। ਦੱਸੋ ਬੇਟੇ ਨੂਮੈਰੀਕਲ ਕਲੀਅਰ ਹੋਇਆ ਕਿ ਨਹੀਂ ਹੋਇਆ? ਸਾਰਿਆਂ ਨੂੰ ਹੋ ਗਿਆ? ਠੀਕ ਹੈ। ਇਹਦੇ ਚ ਮੈਥਡ ਇਹੀ ਹੈ ਬੇਟੇ। ਆਪਾਂ ਕਰਨਾ ਕੀ ਹੈ, ਪਹਿਲਾਂ ਆਪਾਂ ਲਿਖਣਾ ਜਨਰਲ ਫਾਰਮੂਲਾ। ਜਦੋਂ ਅਸੀਂ ਜਨਰਲ ਫਾਰਮੂਲਾ ਲਿਖਤਾ ਤਾਂ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈਗਾ, ਉਹਨੂੰ ਕਿਹਦੀ ਫਾਰਮ ਚ ਲੈ ਕੇ ਜਾਣਾ ml ਤੇ t ਚ। ਦੇਖ ਲਓ ਦੁਬਾਰਾ, ਆਪਾਂ ਨੂੰ ਕੁਐਸਚਨ ਦਿੱਤਾ ਹੋਇਆ ਸੀ। ਕੁਐਸਚਨ ਦੇ ਵਿੱਚ ਆਪਣੇ ਕੋਲ ਕੀ ਕਹਿੰਦਾ ਹੈ? ਕੰਸੀਡਰ ਅ ਸਿੰਪਲ ਪੈਂਡੂਲਮ, ਇੱਕ ਸਧਾਰਨ ਪੈਂਡੂਲਮ ਲਓ। ਠੀਕ ਹੈ ਜੀ। ਕੀ ਕਰਨਾ ਉਹਦੇ ਵਿੱਚ? ਟਾਈਮ ਪੀਰੀਅਡ ਆਫ ਦੀ ਆਸੀਲੇਸ਼ਨ ਡਿਪੈਂਡਸ ਅਪਨ, ਇਸ ਤਰ੍ਹਾਂ ਨਾਲ ਆਪਣੇ ਕੋਲ ਕੀ ਦਿੱਤੀ ਹੋਊਗੀ? ਕੰਡੀਸ਼ਨ ਦਿੱਤੀ ਹੋਊਗੀ। ਠੀਕ ਹੈ ਜੀ। ਉਹ ਕੰਡੀਸ਼ਨ ਆਪਣੇ ਕੋਲੇ ਕੀ ਹੈ ਵੀ ਕਿੰਦੇ ਤੇ ਡਿਪੈਂਡ ਕਰਦਾ? ਟਾਈਮ ਪੀਰੀਅਡ ਲੈਂਥ ਤੇ ਡਿਪੈਂਡ ਕਰਦਾ। ਸੈਕਿੰਡ ਕਿੰਦੇ ਤੇ ਡਿਪੈਂਡ ਕਰਦਾ? ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਤੇ ਡਿਪੈਂਡ ਕਰਦਾ। ਠੀਕ ਹੈ ਜੀ। ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਤੇ ਡਿਪੈਂਡ ਕਰਦਾ। ਤੇ ਉਹ ਵੈਲਿਊ ਆਪਣੇ ਕੋਲ ਕੀ ਹੈ? ਆਪਾਂ ਜਨਰਲ ਫਾਰਮੂਲਾ ਬਣਾ ਲਿਆ ਆਹ ਵਾਲਾ। ਉਸ ਤੋਂ ਬਾਅਦ ਕੀ ਕੀਤਾ? ਇਹਨੂੰ ਕਿੰਦੇ ਚ ਕਨਵਰਟ ਕੀਤਾ? ml ਤੇ t ਦੀ ਫਾਰਮ ਚ ਆਪਾਂ ਇਹਨੂੰ ਕਨਵਰਟ ਕਰ ਲਿਆ। ਸੈਕੰਡ ਸਟੈਪ ਹੋ ਗਿਆ। ਨੈਕਸਟ ਸਟੈਪ ਕੀ ਸੀਗਾ? ਬੇਸ ਸੇਮ ਵਾਲੀਆਂ ਪਾਵਰਸ ਐਡ ਕਰ ਲੀਆਂ। ਥਰਡ ਸਟੈਪ ਕੀ ਸੀ? ਪ੍ਰਿੰਸੀਪਲ ਆਫ ਹੋਮੋਜੈਨਿਟੀ ਲਾਤਾ। ਪ੍ਰਿੰਸੀਪਲ ਆਫ ਹੋਮੋਜੈਨਿਟੀ ਲਗਾਉਣ ਤੋਂ ਬਾਅਦ ਆਪਣੇ ਕੋਲੇ ਕੀ ਰਿਜ਼ਲਟ ਆ ਗਿਆ? a ਤੇ b ਦੀਆਂ ਕੀ ਆ ਗਈਆਂ? ਵੈਲਿਊਜ਼ ਆ ਗਈਆਂ। a ਤੇ b ਦੀਆਂ ਜਿਹੜੀਆਂ ਵੈਲਿਊ ਸਾਡੇ ਕੋਲ ਆ ਗਈਆਂ,
ਉਹਨਾਂ ਨੂੰ ਅਸੀਂ ਕੀ ਕੀਤਾ, ਫਸਟ ਫਾਰਮੂਲੇ ਦੇ ਵਿੱਚ ਪੁੱਟ ਕਰਤਾ। ਠੀਕ ਹੈ, ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਹਾਂਜੀ, ਇੱਥੇ ਆਪਣੇ ਨਾ ਤਿੰਨੇ ਤਿੰਨੇ ਐਪਲੀਕੇਸ਼ਨਸ ਕੰਪਲੀਟ ਹੋ ਗਈਆਂ। ਇਹਦੇ ਮੈਂ ਤੁਹਾਨੂੰ ਨੂਮੈਰੀਕਲ ਸੈਂਡ ਕਰ ਦੂੰਗਾ। ਠੀਕ ਹੈ ਜੀ, ਜਾਂ ਤੁਸੀਂ ਤੁਹਾਡੇ ਕੋਲੇ ਨੋਟਸ ਹੈਗੇ ਆ, ਨੋਟਸ ਦੇ ਵਿੱਚ ਵੀ ਇਹਦੇ ਸੋਲਵ ਕਰਨ ਲਈ ਦਿੱਤੇ ਹੋਣਗੇ, ਉੱਥੇ ਉਹਨੂੰ ਟਰਾਈ ਕਰਕੇ ਦੇਖ ਲਿਓ ਇਸ ਮੈਥਡ ਨਾਲ। ਠੀਕ ਹੈ, ਹੁਣ ਆਪਾਂ ਕਰਦੇ ਹਾਂ ਲਿਮਿਟੇਸ਼ਨਸ, ਲਿਮਿਟੇਸ਼ਨਸ ਆਫ ਡਾਇਮੈਂਸ਼ਨਲ ਐਨਾਲਿਸਿਸ। ਜਿਹੜਾ ਅਸੀਂ ਤਿੰਨ ਐਪਲੀਕੇਸ਼ਨਸ ਕੀਤੀਆਂ, ਉਹਨਾਂ 'ਚ ਕਮੀਆਂ ਕਮੀਆਂ ਕੀ ਕੀ ਹੈਗੀਆਂ? ਲਿਮਿਟੇਸ਼ਨਸ ਆਫ ਡਾਇਮੈਂਸ਼ਨਲ ਐਨਾਲਿਸਿਸ। ਪਹਿਲੀ ਤਾਂ ਲਿਮਿਟੇਸ਼ਨ ਆਪਾਂ ਹੁਣੇ ਹੀ ਲਿਖੀ ਹੈ ਵੀ ਕੀ ਕਰਦਾ ਹੈ, k ਦੀ ਵੈਲਿਊ ਨਹੀਂ ਦੱਸਦਾ। ਠੀਕ ਹੈ ਜੀ, ਇਟ ਡੂ ਨਾਟ ਗਿਵ ਅਸ ਦੀ ਵੈਲਿਊ ਆਫ ਕਾਂਸਟੈਂਟ, ਕਾਂਸਟੈਂਟ ਦੀ ਵੈਲਿਊ ਨਹੀਂ ਦੱਸਦਾ। ਜਿਵੇਂ ਹੁਣੇ ਆਪਾਂ ਕੀਤਾ ਨਾ, ਪਹਿਲੀ ਲਿਮਿਟੇਸ਼ਨ ਕੀ ਹੈ ਵੀ ਸਮਝ ਲੱਗ ਰਿਹਾ ਬੇਟੇ? ਠੀਕ ਹੈ, ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸੈਕੰਡ ਕੀ ਹੈ? ਪਹਿਲੀ ਲਿਮਿਟੇਸ਼ਨ ਕਲੀਅਰ ਹੈ ਸਾਰਿਆਂ ਨੂੰ? ਸੈਕੰਡ ਲਿਮਿਟੇਸ਼ਨ ਦੇਖੋ ਕੀ ਹੈ, this method cannot be used to drive composite relation। ठीक है जी, this method cannot be used to drive composite relations, to drive composite relations ਕਿਹੜੇ ਹੁੰਦੇ ਜਿਨ੍ਹਾਂ 'ਚ ਪਲੱਸ ਮਾਈਨਸ ਹੋਵੇ, ਜਿਵੇਂ s is equal to ut plus half at square। ਜਿਹੜੇ ਇਸ ਤਰ੍ਹਾਂ ਦੇ ਰਿਲੇਸ਼ਨ ਹੈ, ਜਿਵੇਂ v ਸਕੁਅਰ ਮਾਈਨਸ u ਸਕੁਅਰ is equal to 2as, ਜਿਨ੍ਹਾਂ 'ਚ ਪਲੱਸ ਮਾਈਨਸ ਹੈ, ਉਹ ਵਾਲੇ ਰਿਲੇਸ਼ਨ ਇਹ ਡਰਾਈਵ ਨਹੀਂ ਦੱਸਦਾ। ਇਹਦੀ ਦੂਜੀ ਲਿਮਿਟੇਸ਼ਨ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਬੇਟੇ ਜਿਹੜੇ ਕੁਐਸਚਨ ਮੈਂ ਤੁਹਾਨੂੰ ਦੱਸ ਰਿਹਾ, ਇਹ ਐਵੇਂ ਦੇ ਐਵੇਂ ਆਉਣੇ ਆ ਪੇਪਰ ਦੇ ਵਿੱਚ। ਕੁਐਸਚਨ ਆਊਗਾ ਵਾਟ ਆਰ ਦੀ ਲਿਮਿਟੇਸ਼ਨਸ ਆਫ ਡਾਇਮੈਂਸ਼ਨਲ ਐਨਾਲਿਸਿਸ, ਤਾਂ ਉੱਥੇ ਤੁਸੀਂ ਲਿਖਣੀਆਂ ਹੋਣਗੀਆਂ ਡੂ ਨਾਟ ਗਿਵ ਅਸ ਦੀ ਵੈਲਿਊ ਆਫ ਦੀ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ। ਸੈਕੰਡ, ਦਿਸ ਮੈਥਡ ਕੈਨੋਟ ਬੀ ਯੂਜ਼ਡ ਟੂ ਡਰਾਈਵ ਦੀ ਕੰਪੋਜ਼ਿਟ ਰਿਲੇਸ਼ਨਸ। ਕਲੀਅਰ ਹੋਇਆ ਕਿ ਨਹੀਂ ਹੋਇਆ? ਥਰਡ ਕੀ ਹੈ, ਜੇਕਰ ਕੋਈ ਫਿਜ਼ੀਕਲ ਕੁਆਂਟੀਟੀ ਕੀ ਹੈ ਟ੍ਰਿਗਨੋਮੈਟ੍ਰਿਕ ਸਾਈਨ ਥੀਟਾ ਕਾਸ ਥੀਟਾ ਜਾਂ ਐਕਸਪੋਨੈਂਸ਼ੀਅਲ ਈ ਜਾਂ ਕਾਂਸਟੈਂਟ ਟਰਮ ਤੇ ਡਿਪੈਂਡ ਕਰਦੀ, ਉਹਦਾ ਰਿਲੇਸ਼ਨ ਅਸੀਂ ਡਰਾਈਵ ਨਹੀਂ ਕਰ ਸਕਦੇ। ਠੀਕ ਹੈ ਜੀ, this method cannot be used if a physical quantity, if a physical quantity ਕਿਹਦੇ ਤੇ ਡਿਪੈਂਡ ਕਰਦੀ ਹੈ? depends upon trigonometric relations। ਕਿਹੜੇ ਰਿਲੇਸ਼ਨਸ? ਟ੍ਰਿਗਨੋਮੈਟ੍ਰਿਕ, ਹਾਂਜੀ ਟ੍ਰਿਗਨੋਮੈਟ੍ਰਿਕ ਰਿਲੇਸ਼ਨਸ। ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹਾਂਜੀ, ਜਾਂ ਫੰਕਸ਼ਨ ਕਹਿ ਸਕਦੇ ਆ। ਟ੍ਰਿਗਨੋਮੈਟ੍ਰਿਕ ਫੰਕਸ਼ਨ ਕੀ ਹੈ? ਜਿਵੇਂ ਮੰਨ ਲਓ ਸਾਈਨ ਥੀਟਾ, ਕਾਸ ਥੀਟਾ, ਟੈਨ ਥੀਟਾ, ਜਾਂ ਕੋਈ ਵੀ ਇਸ ਤਰ੍ਹਾਂ ਦੇ ਰਿਲੇਸ਼ਨ ਹੈ। 10th ਕਲਾਸ ਤੁਸੀਂ ਕੀਤਾ ਹੈ, ਜਿਵੇਂ ਉਹ ਕਹਿਣਾ ਇਹ ਚਾਹੁੰਦਾ ਵੀ ਜਿਵੇਂ ਆਪਾਂ ਪਿਛਲਾ ਨੂਮੈਰੀਕਲ ਕੀਤਾ ਵੀ ਜਿਹੜਾ ਟਾਈਮ ਪੀਰੀਅਡ ਹੈ ਉਹ ਕਿਹਦੇ ਤੇ ਡਿਪੈਂਡ ਕਰਦਾ ਸੀ? ਲੈਂਥ ਤੇ ਐਕਸਲਰੇਸ਼ਨ ਤੇ। ਪਰ ਜੇ ਉਹ ਸਾਈਨ ਥੀਟਾ ਕਾਸ ਥੀਟਾ ਤੇ ਡਿਪੈਂਡ ਕਰਦਾ ਹੈ, ਬੇਟੇ ਲਾਊਡ ਸਪੀਕਰ ਆਫ ਕਰੋ। ਠੀਕ ਹੈ ਜੀ, ਜਾਂ ਆਪਣੇ ਕੋਲ ਕੀ ਐਕਸਪੋਨੈਂਸ਼ੀਅਲ ਫੰਕਸ਼ਨ, ਕਿਹੜਾ ਫੰਕਸ਼ਨ? ਐਕਸਪੋਨੈਂਸ਼ੀਅਲ ਫੰਕਸ਼ਨ। ਐਕਸਪੋਨੈਂਸ਼ੀਅਲ ਮਤਲਬ e ਦੀ ਫਾਰਮ ਚ। ਹਾਂਜੀ ਬੇਟੇ, ਦੱਸੋ ਬੇਟੇ। ਕਲੀਅਰ ਹੈ ਬੇਟੇ? ਜਿਹੜੇ ਟਰਮਸ ਮੈਂ ਕਰਵਾਈਆਂ ਪਤਾ ਲੱਗ ਗਿਆ ਬੇਟੇ?
ਇਹਦਾ ਮਤਲਬ ਕੀ ਹੈ ਵੀ ਇਹਦੀ ਲਿਮਿਟੇਸ਼ਨ ਦੇ ਵਿੱਚ ਆਪਣੇ ਕੋਲ ਕੀ ਹੈ ਵੀ ਜੇਕਰ ਕੋਈ ਫੰਕਸ਼ਨ ਹੈ ਨਾ ਜਿਹੜਾ ਉਹ ਆਪਣੇ ਕੋਲ ਕਿਹਦੇ ਤੇ ਡਿਪੈਂਡ ਕਰਦਾ ਟ੍ਰਿਗਨੋਮੈਟ੍ਰਿਕ ਜਾਂ ਐਕਸਪੋਨੈਂਸ਼ੀਅਲ ਤੇ ਡਿਪੈਂਡ ਕਰਦਾ ਹੈ, ਤਾਂ ਇਹ ਰਿਲੇਸ਼ਨ ਨਹੀਂ ਦੱਸਦਾ। ਨੈਕਸਟ ਇਹਦੀ ਲਿਮਿਟੇਸ਼ਨ ਕੀ ਹੈ ਬੇਟਾ, ਡਿਸਟਰਬੈਂਸ ਕਹਿੰਦੀ ਆ ਰਹੀ, ਬੰਦ ਕਰੋ ਪਲੀਜ਼। ਇਫ ਅ ਫਿਜ਼ੀਕਲ ਕੁਆਂਟੀਟੀ, ਨੋਟ ਕਰਦੇ ਜਾਓ, ਆਸਾਨ ਲੈਂਗੁਏਜ ਚ ਲਿਖਾ ਰਹੇ हैं। इफ अ फिजिकल क्वांटिटी डिपेंड्स अपॉन मोर देन 3, ठीक है जी, मोर देन 3 फिजिकल क्वांटिटीज, मोर देन 3 फिजिकल क्वांटिटीज। ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਤੁਸੀਂ ਜਰਨਲ ਫਾਰਮੂਲਾ ਡਰਾਈਵ ਕਰਦੇ ਹੋ ਨਾ, ਇੱਥੇ ਡਾਇਰੈਕਟਲੀ ਪ੍ਰੋਪੋਰਸ਼ਨਲ ਲਿਖਿਆ ਸੀ, ਉੱਥੇ ਕਿੰਨੀਆਂ ਟਰਮਸ ਹੋਣੀਆਂ ਚਾਹੀਦੀਆਂ? ਵੱਧ ਤੋਂ ਵੱਧ 3 ਹੀ ਹੋਣੀਆਂ ਚਾਹੀਦੀਆਂ, ਜਾਂ ਜੇ 4 ਵੀ ਹੁੰਦੀਆਂ ਤਾਂ ਉਹ 4 ਕਿੰਦੇ ਚ ਕਨਵਰਟ ਹੋਣੀਆਂ ਚਾਹੀਦੀਆਂ? ਐਮ, ਐਲ ਤੇ ਟੀ, ਤਿੰਨਾਂ ਚ ਕਨਵਰਟ ਹੋਣੀਆਂ ਚਾਹੀਦੀਆਂ, 3 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਜਿਵੇਂ ਆਪਾਂ ਫੰਡਾਮੈਂਟਲ ਦੇ ਵਿੱਚ ਐਸਆਈ ਯੂਨਿਟ ਚ ਕੀਤਾ ਸੀ ਨਾ, ਵੀ ਟੈਂਪਰੇਚਰ ਦਾ ਕੈਲਵਿਨ ਆ ਜੇ, ਠੀਕ ਹੈ ਜੀ, ਕੈਲਵਿਨ ਜਿਵੇਂ ਆਪਾਂ ਯੂਨਿਟ ਕੀਤਾ ਸੀ, ਜਾਂ ਆਪਾਂ ਕਹੇ ਵੀ ਕੈਪੀਟਲ ਟੀ ਆ ਜੇ। ਕਹਿਣ ਦਾ ਮਤਲਬ ਇਸ ਤਰ੍ਹਾਂ ਨਾਲ ਜਿਹੜੀਆਂ ਫਿਜ਼ੀਕਲ ਕੁਆਂਟੀਟੀਜ਼ ਹੈ ਉਹ ਆਪਣੇ ਕੋਲ ਕਿੰਨੀਆਂ ਹੋ ਜਾਣ, ਜੇਕਰ 3 ਤੋਂ ਜ਼ਿਆਦਾ ਹੋ ਜਾਣ ਤਾਂ ਇਹ ਆਪਣੇ ਕੋਲੇ ਕੀ ਹੈ, ਫਾਰਮੂਲਾ ਨਹੀਂ ਦੱਸਦਾ। ਠੀਕ ਹੈ ਜੀ। then this method fails, then this method fail ਹੋ ਜਾਂਦਾ। ਦੱਸੋ ਬੇਟੇ, ਇੱਥੇ ਤੱਕ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ। ਇਹ ਹੈ ਬੇਟੇ ਮੇਨ ਜਿਹੜੀਆਂ ਇਹਦੀਆਂ ਲਿਮਿਟੇਸ਼ਨਸ ਹੈ, ਇਹਨਾਂ ਬਾਰੇ ਦੇਖ ਲਓ ਆਪਾਂ ਦੁਬਾਰਾ। ਆਪਾਂ ਨੂੰ 2 ਨੰਬਰ ਜਾਂ 3 ਨੰਬਰ ਚ ਕੁਐਸਚਨ ਆਊਗਾ, ਕੁਐਸਚਨ ਦੇ ਵਿੱਚ ਆਪਣੇ ਕੋਲ ਕੀ ਆਊਗਾ, ਵਾਟ ਆਰ ਦੀ ਲਿਮਿਟੇਸ਼ਨਸ। ਠੀਕ ਹੈ ਜੀ, ਵਾਟ ਆਰ ਦੀ ਲਿਮਿਟੇਸ਼ਨ। ਲਿਮਿਟੇਸ਼ਨ ਦਾ ਮਤਲਬ ਹੁੰਦਾ ਹੈ ਸ਼ਾਰਟ ਕਮਿੰਗਸ। ਠੀਕ ਹੈ ਜੀ। ਜਿਹੜੀਆਂ ਇਹਦੇ ਤੇ ਰਿਸਟ੍ਰਿਕਸ਼ਨਸ ਹੈ, ਪਹਿਲੀ ਕੀ ਹੈ, ਇਟ ਡੂ ਨਾਟ ਗਿਵ ਅਸ ਦੀ ਵੈਲਿਊ ਆਫ ਦੀ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ, ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਸੈਕੰਡ ਲਿਮਿਟੇਸ਼ਨ ਕੀ ਹੈ, cannot be used to drive the composite relations, cannot be used to drive the composite relation। composite relation ਕੀ ਹੈ, ਜਿਨ੍ਹਾਂ ਦੇ ਵਿੱਚ ਐਡ ਤੇ ਸਬਟਰੈਕਟ ਦੇ ਸਾਈਨ ਆਉਂਦੇ, ਜਿਵੇਂ s ut plus half at square, ਇਸ ਤਰ੍ਹਾਂ ਦੇ ਰਿਲੇਸ਼ਨ ਡਰਾਈਵ ਨਹੀਂ ਕਰ ਸਕਦੇ। ਥਰਡ ਆਪਣੇ ਕੋਲੇ ਕੀ ਹੈ, this method cannot be used if the physical quantity depends upon trigonometric function or exponential functions। e ਦੀ ਫਾਰਮ ਦੇ ਵਿੱਚ ਜਾਂ sin tan ਚ ਹੋਵੇ ਤਾਂ ਉਦੋਂ ਇਹ ਫਾਰਮੂਲਾ ਜਿਹੜਾ ਡਾਇਮੈਂਸ਼ਨਲ ਐਨਾਲਿਸਿਸ ਦਾ ਅਸੀਂ ਯੂਜ਼ ਨਹੀਂ ਕਰ ਸਕਦੇ। ਠੀਕ ਹੈ। ਫੋਰਥ ਦੇਖੋ, if a physical quantity depends upon more than 3 physical quantities, then this method fails। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸਾਰਿਆਂ ਨੂੰ ਕਲੀਅਰ ਹੋ ਗਿਆ ਬੇਟੇ? ਠੀਕ ਹੈ ਬੇਟੇ, ਸੋ ਅੱਜ ਜਿਹੜਾ ਆਪਾਂ ਕੰਮ ਕੀਤਾ ਹੈ, ਠੀਕ ਹੈ, ਉਹਨੂੰ ਸਾਰੇ ਨੂੰ ਘਰ ਜਾ ਕੇ, ਘਰੇ ਤੁਸੀਂ ਘਰੇ ਹੀ ਹੋ, ਉਹਨੂੰ ਰਿਵਾਈਜ਼ ਕਰ ਲੈਣਾ। ਰਿਵਾਈਜ਼ ਕਰਕੇ ਉਸ ਤੋਂ ਬਾਅਦ ਕੀ ਹੈ ਬੇਟੇ, ਆਪਦੀ, ਕਿਉਂਕਿ ਇਹਦੇ ਵਿੱਚ ਕੀ ਹੈ, ਵੌਇਸ ਮੈਸੇਜ ਵਾਲਾ ਕੰਮ ਤੁਸੀਂ, ਵੈਸੇ ਵੌਇਸ ਮੈਸੇਜ ਤੁਹਾਡੇ ਚੋਂ ਕੋਈ ਵੀ ਸੈਂਡ ਨਹੀਂ ਕਰ ਰਿਹਾ +1 ਦਾ, ਮੈਂ ਤੁਹਾਡੇ ਸੀਸੀ ਦੇ ਮਾਰਕਸ ਨਹੀਂ ਲਗਾਉਣੇ ਹੈਗੇ। +2 ਚ ਸਾਰੇ ਹੀ ਸੈਂਡ ਕਰ ਰਹੇ, ਤੁਹਾਡਾ ਇੱਕ ਵੀ ਨਹੀਂ ਆਇਆ। ਪਿੱਛੇ ਵਾਲੇ ਕਿਸੇ ਵੀ ਟੌਪਿਕ ਤੇ ਅੱਜ ਵੌਇਸ ਮੈਸੇਜ ਬਣਾ ਕੇ ਸੈਂਡ ਕਰਿਓ। ਤੇ ਇਹਨੂੰ ਤੁਸੀਂ ਕੀ ਕਰਨਾ ਬੇਟੇ, ਆਪਦੀ ਕਾਪੀ ਦੇ ਉੱਤੇ ਸੋਲਵ ਕਰਨਾ ਹੈ। ਸੋਲਵ ਕਰਨ ਤੋਂ ਬਾਅਦ ਉਹਦੀ ਪਿਕ ਕਰਕੇ ਮੇਰੇ ਕੋਲ ਗਰੁੱਪ ਦੇ ਵਿੱਚ ਕੀ ਕਰਨੀ ਹੈ, ਸੈਂਡ ਕਰਨੀ ਹੈ। ਠੀਕ ਹੈ ਬੇਟੇ। ਹਾਂ, ਇੱਥੇ ਜਿਹੜਾ ਇਹ ਜਿਹੜੀਆਂ ਐਪਲੀਕੇਸ਼ਨਸ ਹੈ ਆਪਣੇ ਕੋਲ ਤਿੰਨੇ ਤਿੰਨੇ ਬੇਟੇ ਮੋਸਟ ਇੰਪੋਰਟੈਂਟ ਸੀ, ਡਾਇਮੈਂਸ਼ਨਲ ਐਨਾਲਿਸਿਸ ਦੀਆਂ ਐਪਲੀਕੇਸ਼ਨ। ਇਹ ਚੈਪਟਰ ਸਭ ਤੋਂ ਇੰਪੋਰਟੈਂਟ ਸੀਗਾ। ਕਲੀਅਰ ਹੋ ਗਿਆ ਹੋਣਾ ਸਾਰਿਆਂ ਨੂੰ? ਇੱਕ ਅੱਧੇ ਦਿਨ ਚ ਬੇਟੇ ਮੈਂ ਇਹਦਾ ਛੋਟਾ ਜਿਹਾ ਟੈਸਟ ਲਵਾਂਗਾ ਡਾਇਮੈਂਸ਼ਨਲ ਐਨਾਲਿਸਿਸ ਦਾ। ਹਾਂ, ਇਹਦੀ ਤਿਆਰੀ ਕਰਕੇ ਰੱਖੋ। ਠੀਕ ਹੈ ਬੇਟੇ। ਠੀਕ ਹੈ, ਅੱਜ ਫਿਰ ਆਪਾਂ ਇੰਨਾ ਹੀ ਕਰਾਂਗੇ। ਠੀਕ ਹੈ ਬੇਟੇ। ਚਲੋ ਠੀਕ ਹੈ ਬੇਟੇ, ਜਿਹੜਾ ਕੰਮ ਅੱਜ ਕਰਵਾਇਆ ਪਲੀਜ਼ ਉਹਨੂੰ ਆਪਾਂ
ਕੀ ਕਰਨਾ ਹੈ ਪ੍ਰੋਪਰਲੀ ਹੈ ਜਿਹੜਾ ਉਹ ਆਪਾਂ ਸੋਲਵ ਕਰ ਲੈਣਾ ਘਰ ਜਾ ਕੇ ਘਰੇ ਹੀ ਹੋ ਤੁਸੀਂ ਵੈਸੇ ਮੈਂ ਆਦਤ ਪਈ ਹੋਈ ਹੈ ਨਾ ਮੈਂ ਕਹਿ ਦਿੰਦਾ ਵੀ ਕਲਾਸਰੂਮ ਦੇ ਹਿਸਾਬ ਨਾਲ ਘਰੇ ਹੀ ਹੋ ਸਾਰੇ ਘਰੇ ਤੁਸੀਂ ਪ੍ਰੋਪਰਲੀ ਇਹਨੂੰ ਯੂਜ਼ ਕਰਕੇ ਆਪਦਾ ਸੋਲਵ ਕਰ ਲੈਣਾ ਹੈਗਾ ਠੀਕ ਹੈ ਬੇਟੇ